औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। देवी तो सजनों ਤੁਹਾਨੂੰ सैयद जवाद अहमद ਦਾ ਮੁਦਬਾਨਾ सलाम। देवी तो सजनों ਅੱਜ ਸਾਡੇ ਉਚੀਚੇ ਪਰਾਉਣੇ ਜਿਹੜੇ ਨੇ ਉਹ ਇੱਕ ਬੜੀ ਹੀ ਮਹਾਨ ਹਸਤੀ ਨੇ, ਲੇਕਿਨ ਉਹਨਾਂ ਦਾ ਤਾਰਫ ਕਰਾਉਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਵਾਂਗਾ। ਇਹ ਸਟੋਰੀ ਇੱਕ ਬੱਚੇ ਦੀ ਜਿਹੜਾ ਇੰਡੀਅਨ ਪੰਜਾਬ ਦੇ ਇਲਾਕੇ ਚੰਡੀਗੜ੍ਹ 'ਚ ਉਸ ਵੇਲੇ ਪੈਦਾ ਹੋਇਆ ਜਦੋਂ 65 ਦੀ ਜੰਗ ਆਪਣੇ ਅਰੂਜ ਤੋਂ ਹੋ ਕੇ ਤੇ ਮੁੱਕੀ ਸੀ ਬਿਲਕੁਲ। मतलब वो बच्चा युद्ध च पैदा होया तुसीं कह ते ओदे वालिद साहब जिहड़े सन वो इंडियन आर्मी च मेजर सन। वो जंग लड़ के वापस आए सन ते वो बच्चा पैदा होया। तुसीं हुण फिज़ा दा अंदाज़ा लाओ ते वो मुख्तलिफ कंटोनमेंट्स च गए ते बाद च उत्थे आके सैटल हो गए तरन तरान एक कस्बे च। ते वो एक ते युद्ध जंग फिर उतों उत्थे उहदी उस्तानी कहंदी कि मुसले चंगे नहीं हुंदे, तू क्यों शेर अली खान जिहड़ा तेरा बड़ा गहरा दोस्त है उहदे नाल उठना बहना है। ते उहदे नन्हे ज़हन ने बिल्कुल तस्लीम नहीं कीता कि मैनूं क्यों कहण दे ने, ਇਹ भी तो साडे वर्गे इंसान ने, मेरे वर्गे बच्चे ने। ਇਹ क्यों तकसीम है हिंदू सिख मुसलमान दी, असीं सारे इंसान हाँ, चंगे हाँ। ते उहने ਇਹ नोशन इनकार करता, उन्हें तस्लीम करने इनकार करता कि कोई चंगा हो सकता है हिंदू होने की वजह तो, सिख होने की वजह तो, या मुसलमान होने की वजह तो, या कोई पैड़ा हो सकता है। वो अपने दिल च लैके ते जवान होंदा गया। उन्होंने शिकार का बड़ा शौक सी ते वो जो जवान सी ते एक बारी शिकार लिए जा रहा सी ते उन्हें एक रिच शिकार किया, रात ना नेरा सी ते वो बॉर्डर के बड़े क्लोज इलाका सी। वो रिच जिहड़ा है वो जो उहदे पिछे गए तो उन्होंने पता लगा कि वो पाकिस्तानी इलाके च एंटर हो गया। ਤੇ ਉਹ ਅਗਰ ਇੰਟਰਨੈਸ਼ਨਲ ਲਾਅ ਦੇ ਤਹਿਤ ਵੇਖਿਆ ਜਾਏ ਤੇ ਉਹ ਇੱਕ ਖਿਲਾਫਵਰਜ਼ੀ ਸੀ ਤੇ ਉਹਨਾਂ ਨੂੰ ਫੜ ਸਕਦੇ ਸਨ। ਲੇਕਿਨ ਰੇਂਜਰਸ ਨੇ ਕਿਹਾ ਕਿ ਚਲੋ ਜਵਾਨੋ ਕੋਈ ਨਹੀਂ, ਅਸੀਂ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਸ਼ਿਕਾਰ ਕਰ ਰਹੇ ਹੋ, ਤੁਸੀਂ ਵਾਪਸ ਚਲੋ। ਤੇ ਉਹ ਬੱਚਾ ਜਿਹੜਾ ਨੌਜਵਾਨ ਹੋ ਚੁੱਕਿਆ ਸੀ, ਉਹਦੇ ਦਿਲ 'ਚ ਇੰਟਰਫੇਥ ਹਾਰਮਨੀ ਦੀ ਇੱਕ ਬਹੁਤ ਵੱਡੀ ਜਿਹੜੀ ਰੋਸ਼ਨੀ ਹੈ ਉਹ ਜਵਾਨ ਹੋ ਗਈ। ਉਹ ਬਹੁਤ ਬ੍ਰਿਲੀਅੰਟ ਬੱਚਾ ਸੀ, ਬੜਾ ਇੰਟੈਲੀਜੈਂਟ ਬੱਚਾ ਸੀ। ਉਹਨੇ ਐਫਐਸਸੀ ਕੀਤੀ ਤੇ ਫਿਰ ਇੰਜੀਨੀਅਰਿੰਗ ਕੀਤੀ ਤੇ ਉਹਦੇ ਬਾਅਦ ਉਹਨੇ ਪੀਐਚਡੀ ਕੀਤੀ ਅਮਰੀਕਾ ਓਹਾਇਓ ਸਟੇਟ ਯੂਨੀਵਰਸਿਟੀ 'ਚ ਉਸੇ ਇੰਜੀਨੀਅਰਿੰਗ 'ਚ। ਤੇ ਉਹ ਇਹ तमाम ਸਫ਼ਰ 'ਚ ਇਹ तमाम ਸਾਰੀ ਦੁਨੀਆ ਦੀ ਸਿਆਹਤ तमाम ਵੇਖਣ 'ਚ ਉਹਦਾ ਇੱਕ ਖਿਆਲ ਪੱਕਾ ਹੋ ਗਿਆ ਕਿ ਚੰਗਾ ਜਿਹੜਾ ਇਨਸਾਨ ਉਹ ਸਿਰਫ ਦਿਲ ਤੋਂ ਹੁੰਦਾ ਹੈ, ਉਹ ਕਿਸੇ ਹੋਰ ਵਜ੍ਹਾ ਤੋਂ ਨਹੀਂ ਹੁੰਦਾ। ਅਗਰ ਉਹਦਾ ਦਿਲ, ਉਹਦੀ ਰੂਹ ਅੱਛੀ ਹੈ ਤੇ ਉਹ ਅੱਛਾ ਹੈ, ਅਗਰ ਉਹ ਦਿਲ ਚੰਗਾ ਨਹੀਂ ਤੇ ਉਹ ਕੁਝ ਵੀ ਨਹੀਂ। ਇਹ ਨੌਜਵਾਨ ਜਿਹੜਾ ਡਾਕਟਰ ਪੀਐਚਡੀ ਡਾਕਟਰ ਬਣ ਚੁੱਕਿਆ ਸੀ, ਉਹ ਆਪਣੀ ਰੂਟਸ ਬਾਰੇ ਇੰਨਾ ਇਮੋਸ਼ਨਲ ਸੀ, ਇੰਨਾ ਉਹ ਡੀਪ ਰੂਟਡ ਸੀ ਕਿ ਉਹ ਆਪਣੀ ਦਾਦੀ ਅੰਮੀ ਜਿਹੜੀ ਉਹਨਾਂ ਨੂੰ ਬਚਪਨ 'ਚ ਕਹਾਣੀਆਂ ਸੁਣਾਉਂਦੇ ਸਨ ਕਿ ਉਹਨਾਂ ਨੇ ਵੰਡ ਦੇ ਦੌਰਾਨ ਗਏ ਸਨ, ਉਹ ਗੁਜਰਾਂਵਾਲਾ ਦੇ ਕੋਲ ਇੱਕ ਪਿੰਡ ਸੀ ਉੱਥੋਂ, ਤੇ ਕਿਸ ਤਰ੍ਹਾਂ ਕੁਝ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਤੇ ਉਹ ਬਾਰਡਰ ਤੇ ਪਾਰ ਗਏ। ਉਹ ਵੀ ਇੱਕ ਦਾਸਤਾਨ ਹੈ। ਉਹ ਦਾਸਤਾਨ ਜਦੋਂ ਸੁਣਦਾ ਸੀ ਉਹਦੇ ਵਿੱਚ ਇਨਸਾਨੀਅਤ ਦਾ ਇੱਕ ਹੋਰ ਜਜ਼ਬਾ ਜਿਹੜਾ ਹੈ ਉਹ ਕਾਰ ਫਰਮਾ ਹੁੰਦਾ ਸੀ। ਤੇ ਆਖਰ 'ਚ ਉਹਨੇ ਫੈਸਲਾ ਕੀਤਾ ਕਿ ਹੀ ਮਸਟ ਗੋ ਬੈਕ ਟੂ ਹਿਜ਼ ਰੂਟਸ। ਜਿੱਥੇ ਉਹ ਨਹੀਂ ਪੈਦਾ ਹੋਇਆ, ਉਹਦੇ ਵਾਲਿਦ ਪੈਦਾ ਹੋਏ, ਉਹਦੇ ਦਾਦਾ ਪੈਦਾ ਹੋਏ, ਉੱਥੇ ਰਹੇ। ਉਹ ਜਦੋਂ ਆਇਆ ਉਹ ਲਾਹੌਰ ਲੱਥਿਆ, ਅੱਗੇ ਗਿਆ, ਉਹ ਪੂਰਾ ਮੁਲਕ ਉਹਨੇ ਫਿਰਿਆ ਤੇ ਉਹ ਫਿਰ ਇੱਕ ਦਾਸਤਾਨ ਹੈ ਜਿਹੜੀ ਦਾਸਤਾਨ ਇਸ ਕਿਤਾਬ ਮਾਈ ਜਰਨੀ ਬੈਕ ਹੋਮ 'ਚ ਇਹਦਾ ਬਹੁਤ ਖੂਬਸੂਰਤ ਤਰਜਮਾ ਖਿਜ਼ਰ ਅਬਾਸ ਤੇ ਮਜ਼ਰ ਅਬਾਸ, ਖਿਜ਼ਰ ਜਵਾਦ ਤੇ ਮਜ਼ਰ ਅਬਾਸ, ਇਹ ਦੋ ਨੌਜਵਾਨਾਂ ਨੇ ਕੀਤਾ ਹੈ। ਤੇ ਉਹੀ ਨੌਜਵਾਨ ਇਸ ਵੇਲੇ ਜਿਹੜਾ ਉਮਰ ਅਜ਼ੀਜ਼ ਦੀ 5 ਬਹਾਰਾਂ ਤੇ ਜ਼ਿਆਦਾ ਵੇਖ ਚੁੱਕਿਆ ਹੈ। ਅੱਜ ਸਾਡੀ ਮਹਾਨ ਹਸਤੀ ਹੈ ਤੇ ਜਨਾਬ इस्तकबाल करना प्रोफेसर डॉक्टर तरनजीत सिंह बुतालिया। जी अस्सलाम वालेकुम। वालेकुम सलाम। डॉक्टर साहब जी आए नु साडे प्रोग्राम च। सत श्री अकाल जी, मेहरबानी जी। अच्छा डॉक्टर साहब पहले ते ए दसो कि ए जेड़ा बुतालिया ना है एदा सानू कोई पसे मंजर दसो, कोई हिस्ट्री दसो, है की है जी? मैं जो ਨਿਆਣਾ ਹੁੰਦਾ ਸੀ ਤੇ ਮੇਰੇ ਫਾਦਰ ਤੇ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ ਸਾਡੀ ਨਾ ਗੁਜਰਾਂਵਾਲਾ ਦੀ ਡਿਸਟ੍ਰਿਕਟ ਵਿੱਚ 42 ਜਗੀਰਾਂ ਹੁੰਦੀ। अच्छा ਦੇਖੋ ਜੀ, ਮੈਂ ਹੈਗਾ ਇੰਜੀਨੀਅਰ ਤੇ ਆਪਣੇ ਲੋਕੀ ਗੱਪਾਂ ਵੀ ਕਈ ਵਾਰੀ ਮਾਰਦੇ ਆ ਤੇ ਮੈਂ ਕਿਹਾ ਮੇਰੇ ਫਾਦਰ ਤੇ ਦਾਦੀ ਵਧਾ ਚੜਾ ਕੇ ਗੱਲਾਂ ਕਰਦੇ। हाँ हाँ ਜਦੋਂ ਮੈਂ ਅਮਰੀਕਾ ਹੈਗਾ ਸੀ, ਗ੍ਰੈਜੂਏਟ ਸਟੂਡੈਂਟ ਪੀਐਚਡੀ ਕਰ ਰਿਹਾ, ਬੜਾ ਟਾਈਮ ਸੀ ਮੇਰੇ ਕੋਲ, ਤੇ ਮੈਨੂੰ ਇੱਕ ਫਾਈਲ ਮਿਲੀ ਬਤਾਲੀਆ ਫੈਮਿਲੀ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਤੇ ਉਹ ਕਿਤਾਬ ਮੈਂ ਮੰਗਵਾਈ। ਉਹ ਕਿਤਾਬ ਜਦੋਂ ਮੈਂ ਮੰਗਵਾਈ ਤੇ ਉਹਦੇ ਵਿੱਚ ਸਾਡੀ ਜਿਹੜੀ ਜਗੀਰਾਂ ਦੀ ਲਿਸਟ ਹੈਗੀ ਸੀ। जी जी ਜਿਹੜੀ ਜੀ ਮੈਂ ਕਿਤਾਬ ਹੈਗੀ ਹੈ
ਇਹਦੇ 'ਚ ਮੈਂ ਹੁਣ ਛਾਪੀ ਹੈ, ਉਹ ਸਾਰਾ ਤੁਸੀਂ ਬਿਆਨ ਕੀਤਾ ਉਹਦੇ ਮੈਂ ਚ। ਦਿਖਾ ਰਿਹਾ ਜੀ ਹਾਂ, ਤੁਹਾਨੂੰ। ਹਾਂ। ਜਦੋਂ ਲਿਸਟ ਮੇਰੇ ਕੋਲ ਆਈ, ਮੈਂ ਗਿਣਤੀ ਕੀਤੀ 1 2 3 4 5 6 42। ਉਹ ਕਨਫਰਮ ਹੋ ਗਿਆ। ਨਹੀਂ, ਫਿਰ ਮੈਨੂੰ ਇਹ ਲੱਗਿਆ ਕਿ ਇਹ ਤੇ ਗੱਲ ਠੀਕ ਹੈ, ਇਹ ਤੇ ਗੱਪ ਨਹੀਂ ਸੀ। ਤੇ ਉਹਦੇ ਨਾਲ ਫਿਰ ਤੁਹਾਡੇ ਅੰਦਰ ਇੱਕ ਗੱਲ ਜਾਗਦੀ ਹੈ ਕਿ ਹੁਣ ਜੋ ਹੈਗੇ 42 ਸੀ ਤੇ ਹੁਣ ਉੱਥੇ ਜਾਈਏ। ਤੇ ਜੀ ਕਿਉਂਕਿ 42 ਜਗੀਰਾਂ ਸੀ, ਕਿੱਥੇ ਜਾ ਰਹੇ? 42 ਜਗੀਰਾਂ 42ਾਂ ਦੇ ਜਾ ਰਹੇ। ਆਹਾ। ਹਾਂਜੀ, ਆਹਾ। ਹਾਂ। ਤੇ ਉੱਥੋਂ ਫਿਰ ਅਜੇ ਵੀ ਮੇਰਾ ਨਾਮ ਡਾਕਟਰ ਤਰੁਣਜੀਤ ਸਿੰਘ ਬਤਾਲੀਆ। ਹਾਂਜੀ। ਅੱਛਾ, ਦਰਸ਼ਕੋ, ਮੈਂ ਤੁਹਾਡਾ ਇੱਕ ਬਹੁਤ ਅਹਿਮ ਸ਼ੈ ਉਹਨਾਂ ਦੀ ਤਾਰਫ ਚ ਭੁੱਲ ਗਿਆ ਸੀ ਕਿ ਡਾਕਟਰ ਸਾਹਿਬ ਨੇ ਇੰਟਰਫੇਥ ਹਾਰਮਨੀ ਚ ਬੇਤਹਾਸ਼ਾ ਕੰਮ ਕੀਤਾ ਹੈ। ਇਹਨਾਂ ਦਾ ਮੈਂ ਅਗਰ ਸੀਵੀ ਬੋਲਣਾ ਸ਼ੁਰੂ ਕਰ ਦਿਆਂ ਤੇ ਇਹ ਪੂਰਾ ਘੰਟਾ ਲੱਗ ਜਾਏਗਾ। ਇਹ ਇੰਟਰਫੇਥ ਹਾਰਮਨੀ ਚ ਬਹੁਤ ਜ਼ਿਆਦਾ ਕੌਂਸਲ ਦੇ ਫਾਊਂਡਿੰਗ ਮੈਂਬਰ ਨੇ, ਚੇਅਰਮੈਨ ਨੇ। ਇਹ ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਫੇਸ ਜਿਹੜੇ ਨੇ ਉਹ ਜੁੜ ਜਾਣ ਆਪਸ ਚ, ਉਹ ਮੁਹੱਬਤ ਕਰਨ, ਉਹਨਾਂ ਚ ਕੋਈ ਦੂਰੀ ਨਾ ਆਏ ਫੇਰ ਦੇ ਨਾਂ ਤੋਂ। ਤੇ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਇਜ਼ਾਜ਼ ਹੈ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਸਾਨੂੰ ਜ਼ਰਾ ਦੱਸੋ ਉਹ ਪੁਰਾਣੇ ਜ਼ਮਾਨੇ ਜਿਹੜੇ ਤੁਸੀਂ ਕਿਤਾਬ 'ਚ ਲਿਖੇ ਨੇ, ਕਿਸ ਤਰ੍ਹਾਂ ਤੁਹਾਡੇ ਦਾਦਾ ਤੇ ਵਾਲਿਦ ਤੇ ਦਾਦੀ ਤੇ ਉਹ ਸਾਰੇ ਜਿਹੜੇ ਆਏ ਨੇ, ਉਹ ਜ਼ਰਾ ਸਾਰਾ ਅਗਰ ਕਿੱਸਾ ਤੁਸੀਂ ਬਿਆਨ ਕਰ ਸਕੋ। ਸ਼ੋਰ ਜੀ, ਇਹ ਸਾਡੇ ਜਿਹੜੇ ਸਭ ਤੋਂ ਪੁਰਾਣੇ ਬਜ਼ੁਰਗ ਜਿਹੜੇ ਮੈਨੂੰ ਪਤਾ ਹੈ, ਉਹਨਾਂ ਦਾ ਨਾਂ ਸੀ ਰਾਏ ਭਾਗਮਲ। ਉਹ 760 ਸਾਲ ਤੋਂ ਉੱਪਰ ਪਹਿਲੇ ਮੁਲਤਾਨ 'ਚ ਰਹਿੰਦੇ ਸੀ। ਤੇ ਜੀ ਉਹ ਆਪਣਾ 1255 ਦੇ ਵਿੱਚ ਪਾਕਪਤਨ ਬਾਬਾ ਫਰੀਦ ਕੋਲ ਆਏ ਸੀ। ਉੱਥੇ ਆ ਕੇ ਉਹਨਾਂ ਨੇ, ਜਿਹਨੂੰ ਅਸੀਂ ਹੁਣ ਲੰਗਰ ਕਹਿੰਦੇ, ਉਦੋਂ ਕਹਿੰਦੇ ਭੰਡਾਰਾ ਲਵਾਇਆ ਸੀ। ਤੇ ਬਾਬਾ ਫਰੀਦ ਨੇ ਖੁਸ਼ ਹੋ ਕੇ ਕੋਈ ਸਾਲ ਭੰਡਾਰਾ ਲਾਇਆ ਸੀ, ਉਹਨਾਂ ਨੂੰ ਭੰਡਾਰੀ ਦਾ ਖਿਤਾਬ ਦਿੱਤਾ, ਭੰਡਾਰੀ। ਹਾਂਜੀ। ਸੋ ਸਾਡੀ ਫੈਮਿਲੀ ਪਹਿਲੇ ਭੰਡਾਰੀ ਮੰਨੀ ਜਾਂਦੀ ਸੀ। ਫਿਰ ਜੀ ਕੋਈ ਅਬਾਊਟ 15 ਜਾਂ 1600 ਦੇ ਅੰਡਰ ਸਾਡੀ ਫੈਮਿਲੀ ਆ ਗਈ ਕੁੰਜਾ, ਸ਼ਹਿਰ ਹੈਗਾ ਜੀ ਗੁਜਰਾਤ ਦੇ ਨੇੜੇ। ਹਾਂਜੀ, ਉੱਥੇ ਆ ਗਏ। ਉਸ ਤੋਂ ਸ਼ਾਰਟਲੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਦਾਦਾ ਜੀ ਹੁੰਦੇ ਸੀ ਜੀ, ਉਹਨਾਂ ਨਾਲ ਸਾਡੇ ਬਜ਼ੁਰਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਜਦੋਂ ਉਹਨਾਂ ਨੇ ਜੀ ਫਤਿਹ ਕੀਤੀ ਜਿਹੜੀ ਸਾਲਟ ਦੀਆਂ ਮਾਈਨਸ ਹੈਗੀਆਂ ਇੱਥੇ, ਤੇ ਉਹ ਜੋ ਫਤਿਹ ਕੀਤੇ, ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਸਾਲਟ ਮਾਈਨਸ ਦੇ ਮੈਨੇਜਰ ਹੈਗੇ ਸੀ। ਅੱਛਾ ਅੱਛਾ ਅੱਛਾ। ਤੇ ਸਾਡੇ ਬਜ਼ੁਰਗਾਂ ਦੀ ਫਿਰ ਦੇਖੋ ਨਾ ਜੀ, ਮੈਂ ਜੋ ਹਿਸਟਰੀ ਫੋਲੋ ਕੀਤੀ ਹੈ, ਉਹ ਰਣਜੀਤ ਸਿੰਘ ਤੋਂ ਪਿੱਛੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ, ਫਿਰ ਉਹਨਾਂ ਦੇ ਫਾਦਰ ਤੇ ਉਹਨਾਂ ਦੇ ਦਾਦਾ ਜੀ। ਹਾਂਜੀ। ਸੋ ਇਹ ਨਾ ਹੁੰਦਾ ਤਰੀਕਾ, ਇੱਥੋਂ ਹੀ ਵਾਪਸ ਉੱਪਰ ਵਾਪਸ ਨੂੰ ਜਾ ਰਹੇ। ਤੇ ਜੀ ਉਸ ਤੋਂ ਬਾਅਦ ਆਪਣਾ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਏ ਆ, ਉਹਨਾਂ ਨੇ ਸਾਡੇ ਬਜ਼ੁਰਗਾਂ ਨੂੰ 42 ਜਗੀਰਾਂ ਦਿੱਤੀਆਂ। ਹਾਂਜੀ। ਤੇ ਇਹ ਜਗੀਰਾਂ ਜਿਹੜੀ ਹੈਗੀਆਂ ਉਦੋਂ ਦੀਆਂ ਹੈਗੀਆਂ। ਇਹ ਜੀ ਕਿਤਾਬ ਦੇ ਅੰਦਰ ਜਿਹੜੀਆਂ ਉਹਨਾਂ ਦੇ ਦਾਦਾ ਜੀ ਤੇ ਫਾਦਰ ਨੇ ਦਿੱਤੀਆਂ, ਤੇ ਸਾਰੀ ਜਗੀਰਾਂ ਉਹ ਵੀ ਹੈਗੀਆਂ ਕਿ ਕਿਹੜੀਆਂ ਜਗੀਰਾਂ ਦਿੱਤੀਆਂ, ਕਿਹੜੇ ਸਾਲ ਕਿਵੇਂ ਹੋਇਆ। ਤੇ ਉਸ ਤੋਂ ਬਾਅਦ ਸਾਡੇ ਬਜ਼ੁਰਗ ਬਤਾਲੇ ਪਿੰਡ ਰਹਿੰਦੇ। ਤੇ ਬਤਾਲੇ ਦਾ ਅਜੇ ਵੀ ਪਿੰਡ ਦਾ ਨਾਂ ਹੈਗਾ ਬਤਾਲਾ, ਸਰਦਾਰ ਝੰਡਾ ਸਿੰਘ ਸਾਡੇ ਬਜ਼ੁਰਗਾਂ ਦੇ ਨਾਂ ਤੇ। ਤੇ ਜਿਹੜਾ ਪਿੰਡ ਹੈਗਾ ਜੀ, ਉਹ ਗੁਜਰਾਂਵਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ। ਹੁਣ ਇਸ ਤੋਂ ਅੱਗੇ ਸਾਰੀ ਗੱਲਾਂ ਮੇਰੀ ਦਾਦੀ ਨੇ ਦੱਸੀਆਂ। ਦੇਖੋ ਜੀ, ਮੇਰੇ ਫਾਦਰ ਆਪਣੇ 5 ਭਰਾਵਾਂ 'ਚ ਸਭ ਤੋਂ ਵੱਡੇ ਹੁੰਦੇ ਸੀ, ਤੇ ਮੈਂ ਉਹਨਾਂ ਦਾ ਇਕੱਲਾ ਬੇਟਾ ਸੀ। ਤੇ ਇਸ ਕਰਕੇ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ 100 ਖੂਨ ਮਾਫ ਤੇ ਮੇਰੀ ਭੈਣ ਨੂੰ 1 ਖੂਨ ਵੀ ਨਹੀਂ ਮਾਫ। ਤੇ ਜਦੋਂ ਕਿਤੇ ਉਹਨਾਂ ਨੇ ਮੇਰੇ ਫਾਦਰ ਨੇ ਬਾਹਰ ਜਾਣਾ, ਤੇ ਦਾਦੀਆਂ ਨੇ ਮੈਨੂੰ ਸਾਰੀ ਕਹਾਣੀ ਸੁਣਾਈ। ਉਹਨਾਂ ਨੇ ਗੱਲਾਂ ਮੈਨੂੰ ਘੱਟ ਤੋਂ ਘੱਟ 15 20 40 50 ਵਾਰੀ ਸੁਣਾਈਆਂ ਹੋਣਗੀਆਂ। ਇੱਕ ਤਰੀਕੇ ਨਾਲ ਕਿ ਵੀ ਮੇਰੇ ਮਨ ਵਿੱਚ ਗੱਲ ਪੱਕੀ ਹੋ ਗਈ। ਉਹ ਸੋਚਦੇ ਹੁੰਦੇ ਸੀ ਕਿ ਵੀ ਕੀ ਹੋਇਆ। ਹੁਣ ਯਾਦ ਦਾਦੀ ਮੇਰੀ ਦੱਸਦੀ ਹੁੰਦੀ ਸੀ, ਉਹ ਛੋਟੇ ਹੁੰਦੇ ਸੀ ਤੇ ਉਹਨਾਂ ਨੇ ਇੱਕ ਲੈਪਰਡ ਰੱਖਿਆ ਸੀ। ਹਾਂ, ਲੈਪਰਡ ਕਹਿੰਦੇ ਆਂਦਾ ਸੀ, ਇੱਕ ਰੈਕਟ ਹੁੰਦਾ ਸੀ, ਉਹ ਰੈਕਟ ਕਰਦੇ ਸੀ, ਉਹ ਆਪਾਂ ਹੱਥ ਮਾਰਦਾ ਸੀ, ਉਸ ਤੋਂ ਬਾਅਦ ਜਦੋਂ ਮਰਜ਼ੀ ਪਿਆਰ ਕਰ। ਇਹ ਛੋਟੀ ਛੋਟੀ ਗੱਲਾਂ ਮੈਨੂੰ ਯਾਦ ਹੈ। ਫਿਰ ਦਾਦੀ ਕਹਿੰਦੀ ਹੁੰਦੀ ਸੀ ਕਿ ਜੀ ਇਸ ਤਰ੍ਹਾਂ ਕਿ ਮੇਰੇ ਦਾਦਾ ਜੀ ਪਾਰਟਿਕੂਲਰਲੀ ਜਿਹੜੇ ਮੈਨੂੰ ਪਤਾ ਸੀ, ਤੁਹਾਡੇ ਤੇ ਐਚਐਸਐਨ ਕਾਲਜ ਹੈਗਾ ਜੀ। ਮੇਰੇ ਜੀ ਮੈਨੂੰ ਇਹਨਾਂ ਪਤਾ ਸੀ ਕਿ ਮੇਰੇ ਫਾਦਰ, ਮੇਰੇ ਦਾਦਾ ਜੀ ਤੇ ਮੇਰੇ ਪੜਦਾਦਾ ਤਿੰਨੋਂ ਐਚਐਸਐਨ ਕਾਲਜ ਪੜ੍ਹੇ। ਤੇ ਜਦੋਂ ਮੈਂ ਪਹਿਲੀ ਵਾਰੀ ਦਸੰਬਰ 2019 ਵਿੱਚ ਆਇਆ, ਮੈਂ ਲਾਹੌਰ ਉਤਰਿਆ। ਜੀ ਜੀ, ਉਹ ਅਸੀਂ ਬਾਅਦ ਚ ਪੁੱਛਾਂਗੇ। ਸਾਨੂੰ ਜਦੋਂ ਉਹ ਵੰਡ ਹੋਈ ਹੈ ਤੇ ਕੱਟ ਵੱਧ ਸ਼ੁਰੂ ਹੋ ਗਈ ਸੀ, ਤੇ ਉਹ ਜਿਹੜੇ ਤੁਹਾਡੀ ਦਾਦੀ ਫਿਰ ਆਏ ਨੇ, ਤੇ ਠੀਕ ਹੈ, ਮੈਂ ਦੱਸ ਪਿੰਡ ਦਾ ਬੰਦਾ ਮਿਲਿਆ ਠੀਕ ਹੈ ਠੀਕ ਹੈ ਜੀ। ਤੇ ਜੀ ਆਪਣਾ ਫਿਰ ਉਸ ਤੋਂ ਬਾਅਦ ਜਦੋਂ ਦਾਦੀ ਮੈਨੂੰ ਸੁਣਾਉਂਦੀ ਹੁੰਦੀ ਪਿੰਡ ਦੀ ਗੱਲਾਂ, ਕਿਵੇਂ ਵਿਆਹ ਹੋਇਆ ਸਾਰਾ। ਮੇਰੇ ਦਾਦਾ ਜੀ ਬ੍ਰਿਟਿਸ਼ ਆਰਮੀ ਵਿੱਚ ਸੀ। ਤੇ ਜੀ ਤੁਹਾਡੇ ਇੱਥੇ ਪਾਕਿਸਤਾਨ ਦੇ ਜਨਰਲ ਮੂਸਾ ਖਾਨ ਹੈ ਜਿਹੜੇ ਆਰਮੀ ਚੀਫ ਰਹੇ ਹੈ, ਉਹ ਤੇ ਮੇਰੇ ਦਾਦਾ ਜੀ 2nd ਬ੍ਰਿਟਿਸ਼ ਆਰਮੀ ਦੇ ਜਿਹੜੇ ਆਫਸਰਸ ਦਾ ਬੈਚ ਸੀ, ਆਈ ਮੇ ਇਕੱਠੇ ਪੜੇ, ਆਈ ਮੇ ਦੇਹਰਾਦੂਨ। ਤੇ ਜੀ ਉਸ ਤੋਂ ਪਹਿਲੇ ਮੇਰੇ ਦਾਦਾ ਜੀ ਐਚਐਸਐਨ ਕਾਲਜ ਪੜ੍ਹਦੇ ਹੁੰਦੇ ਸੀ। ਹੁਣ ਮੈਂ ਗੱਲ ਕਰ ਰਿਹਾ ਵੀਰ ਜੀ 1912 ਜਾਂ 13 ਦੀ। ਉੱਥੇ ਜੀ ਉਦੋਂ ਕੀ ਹੁੰਦਾ ਸੀ ਕਿ ਹਰ ਇੱਕ ਮੁੰਡਾ ਆਪਣਾ ਨੌਕਰ ਨਾਲ ਲੈ ਕੇ ਆਂਦਾ ਸੀ,
ਤੇ ਸਿੱਖ ਮੁਸਲਿਮ ਤੇ ਹਿੰਦੂ ਮੁੰਡਿਆਂ ਦੀ ਨਾ ਅਲੱਗ-ਅਲੱਗ ਹੋਸਟਲ ਸੀ। ਉੱਥੇ ਮੰਦਿਰ ਵੀ ਹੈ, ਮਸਜਿਦ ਵੀ ਹੈ, ਗੁਰਦੁਆਰਾ ਵੀ ਹੈ। ਦੋ ਮੁੰਡੇ ਸੀ ਜਿਨ੍ਹਾਂ ਦੀ ਬਹੁਤ ਦੋਸਤੀ ਸੀ ਆਪਸ ਵਿੱਚ, ਤੇ ਦੋ ਮੁੰਡੇ ਸੀ ਜਿਹੜੇ ਇਕੱਠੇ ਆਪਣਾ ਆਪਸ ਵਿੱਚ ਪੋਲੋ ਬਹੁਤ ਖੇਡਦੇ ਸੀ, ਨੰਬਰ 1 ਪੋਲੋ ਪਲੇਅਰਸ। ਤੇ ਜੀ ਉਹ ਹੈਗੇ ਸੀ ਮੇਰੇ ਦਾਦਾ ਜੀ ਕੈਪਟਨ ਅਜੀਤ ਸਿੰਘ ਬਤਾਲੀਆ ਤੇ ਸਰ ਸਾਦਿਕ ਖਾਨ ਨਵਾਬ ਬਹਾਵਲਪੁਰ। ਤੇ ਪੋਲੋ ਬਹੁਤ ਖੇਡਦੇ ਦੋਨੋਂ ਇਕੱਠੇ। ਤੇ ਉਹਨਾਂ ਨੇ ਫਿਰ ਰਲ ਕੇ ਸਕੂਲ ਨੂੰ ਦਰਖਾਸਤ ਕੀਤੀ ਕਿ ਜੀ ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ। ਉਹਨਾਂ ਨੇ ਅਪਰੂਵਲ ਦੇ ਦਿੱਤੀ। ਫਿਰ 5 ਜਾਂ 6 ਸਾਲ ਉਹ ਇਕੱਠੇ ਰੂਮਮੇਟ ਬਣ ਗਏ। ਫਸਟ ਟਾਈਮ ਐਵਰ ਹੋਇਆ ਹੋਏਗਾ ਕਿ ਉਹ ਮਤਲਬ ਸਿੱਖ ਤੇ ਮੁਸਲਮ। ਅੱਛਾ 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 ਅੱਛਾ, ਜ਼ਬਰਦਸਤ। ਤੇ ਮਤਲਬ ਇਟ ਰਨਸ ਇਨ ਯੋਰ ਫੈਮਿਲੀ, ਇਟ ਰਨਸ ਇਨ ਯੋਰ ਬਲੱਡ ਹੈ ਤੁਹਾਡੀ। ਬਿਲਕੁਲ ਇੰਟਰਫੇਸ ਹਾਰਮਨੀ ਹੈ। ਕਿਤਾਬ ਵਿੱਚ ਮੈਂ ਫੋਟੋ ਲਾਈ ਆ ਹੁਣ ਉਹਨਾਂ ਦੋਨਾਂ ਦੀ ਆਪਣੀ ਪੋਲੋ ਟਰੋਫੀਜ਼ ਦੇ ਨਾਲ। ਤੇ ਜਦੋਂ ਮੈਂ ਐਚਸਨ ਕਾਲਜ ਗਿਆ ਤੇ ਉਹਨਾਂ ਦੇ ਪ੍ਰਿੰਸੀਪਲ ਨੇ ਹੁਣ ਆਪਣੀ ਵੈਬ ਪੇਜ ਤੇ ਵੀ ਲਾਈ ਹੈ। ਉਸ ਤੋਂ ਬਾਅਦ ਜੀ ਜੋ ਮੇਰੇ ਦਾਦਾ ਜੀ ਦਾ ਵਿਆਹ ਹੋਇਆ ਤੇ ਸਰ ਸਾਦਿਕ ਖਾਨ ਤੇ ਅਲੋਂਗ ਵਿਦ ਮੂਸਾ ਖਾਨ ਦੋਨੋਂ ਬਰਾਤੀ ਗਏ ਸੀ ਗੁਜਰਾਂਵਾਲਾ ਤੋਂ ਫਿਰੋਜ਼ਪੁਰ। ਹਾਂਜੀ, ਕਿਉਂਕਿ ਦੋਸਤ ਸੀ ਨਾ ਉਹਨਾਂ ਦੇ, ਆਪਣੀ ਯਾਰਾਂ ਦੇ ਆਪਣੀ ਬਰਾਤੇ ਤੇ ਨੱਚਣਾ ਹੀ ਨਾ ਆਦਮੀ ਨੇ। ਵਧੀਆ ਬਰਾਤ ਰਹੇਗੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਇਹ ਸਾਡਾ ਇੱਕ ਘਰ ਹੁੰਦਾ ਸੀ ਸ਼ਹਿਰ ਵਿੱਚ ਗੁਜਰਾਂਵਾਲਾ, ਜਿਹੜਾ ਘੰਟਾ ਘਰ ਹੈਗਾ ਨਾ ਜੀ, ਉਹਦੇ ਨਾਲ ਗੁਰਦੁਆਰਾ ਹੈਗਾ। ਗੁਰਦੁਆਰੇ ਦੇ ਬਿਲਕੁਲ ਨਾਲ ਘਰ ਸੀ। ਤੇ ਦਾਦੀ ਨੇ ਬਹੁਤ ਗੱਲਾਂ ਦੱਸੀਆਂ, ਲੇਕਿਨ ਮੇਰੀ ਦਾਦੀ ਨੂੰ ਪੂਰੇ ਹੋਏ 35 ਸਾਲ ਹੋ ਗਏ, ਸੋ ਮੈਨੂੰ ਵੀ ਪੂਰੀ ਗੱਲਾਂ ਯਾਦ ਨੇ। ਜੋ ਮੈਨੂੰ ਦਾਦੀ ਨੇ ਦੱਸਿਆ ਸੀ ਕਿ ਜੀ ਕੋਈ ਪਿੰਡ ਦੇ ਵੱਡੇ ਸਰਦਾਰ ਸੀ ਤੇ ਜਦੋਂ ਪਾਰਟੀਸ਼ਨ ਹੋਇਆ ਅਗਸਤ 1947, ਉਹ ਗਰਮੀਆਂ ਬਹੁਤ ਗਰਮੀ ਪਈ, ਕਹਿਰ ਦੀ ਗਰਮੀ ਪਈ। ਮੇਰੇ ਫਾਦਰ ਜੀ ਉਦੋਂ ਹੁੰਦੇ ਸੀ ਆਪਣਾ ਐਚਐਸਐਨ ਕਾਲਜ ਪੜ੍ਹਦੇ ਹੁੰਦੇ। ਐਚਐਸਐਨ ਨੇ ਕੀ ਕੀਤਾ, ਜਿੰਨੇ ਵੀ ਹਿੰਦੂ ਤੇ ਸਿੱਖ ਮੁੰਡੇ ਹੈ ਨਾ ਜੀ, ਉਹਨਾਂ ਨੂੰ ਚੜ੍ਹਦਾ ਪੰਜਾਬ ਮਤਲਬ ਜਿੱਥੇ ਸੂਰਜ ਚੜ੍ਹਦਾ ਹੈ, ਹਾਂਜੀ ਸਾਡੇ ਪੰਜਾਬੀ ਚੜ੍ਹਦਾ ਤੇ ਲਹਿੰਦਾ ਪੰਜਾਬ, ਹਾਂਜੀ, ਤੇ ਜਿਹੜੇ ਮੁਸਲਮਾਨ ਸੀ ਉਹਨੂੰ ਲਹਿੰਦਾ ਪੰਜਾਬ ਭੇਜ ਦਿੱਤਾ ਸੀ ਪਹਿਲੇ। ਸੋ ਮੇਰੇ ਫਾਦਰ ਜਿਹੜੇ ਹੈ ਉਦੋਂ ਕੋਈ 12-13 ਸਾਲ ਦੇ ਸੀ ਮੇਰੇ ਫਾਦਰ, ਤੇ ਉਹ ਆਲਰੇਡੀ ਆਪਣੇ ਨਾਨਾ ਜੀ ਕੋਲ ਚਲੇ ਗਏ ਸੀ ਆਪਣਾ ਫਿਰੋਜ਼ਪੁਰ। ਤੇ ਗਰਮੀਆਂ ਸੀ ਸੋ ਸ਼ਿਮਲੇ 'ਚ ਲੈ ਗਏ ਉਹਨਾਂ ਨੂੰ। ਤੇ ਇੱਥੇ ਪਿੱਛੇ ਜੀ ਰਹਿ ਗਏ ਮੇਰੇ ਦਾਦਾ, ਮੇਰੇ ਦਾਦੀ ਜੀ, ਇੱਕ ਮੇਰਾ ਚਾਚਾ 2.5 ਮਹੀਨੇ ਦਾ, ਇੱਕ 2.5 ਸਾਲ। ਇਹ ਪਿੰਡ ਵਿੱਚ ਰਹਿ ਗਏ। ਤੇ ਆਫ ਕੋਰਸ ਜਿਵੇਂ ਹਰ ਪਿੰਡ ਵਿੱਚ ਦੀ ਗੱਲ ਹੈ, ਇੱਧਰ ਵੀ ਤੇ ਉਹ ਦੋਨੋਂ ਪਾਸੇ, ਕਿ ਕਹਿੰਦੇ ਕਿ ਅਸੀਂ ਤੁਹਾਡੀ ਰਖਵਾਲੀ ਕਰਾਂਗੇ, ਤੁਹਾਨੂੰ ਕੋਈ ਫਿਕਰ ਦੀ ਲੋੜ। ਤੇ ਜੀ ਹੁਣ ਕੋਈ ਮਹੀਨਾ ਕੁ ਹੋ ਗਿਆ, ਦੇਖੋ ਪਾਰਟੀਸ਼ਨ ਹੋਇਆ ਅਗਸਤ ਦੇ ਮਿਡਲ ਵਿੱਚ, ਹੁਣ ਹੋ ਗਿਆ ਮਿਡਲ ਆਫ ਸੈਪਟੈਂਬਰ। ਸਾਡੇ ਪਿਛਲੇ ਪਾਸੇ ਹਵੇਲੀ ਨੂੰ ਪਿੱਛੋਂ ਆ ਕੇ ਅੱਗ ਲਾ ਤੇ ਹੁਣ ਪਿੰਡ ਵਾਲੇ ਕਹਿੰਦੇ ਕਿ ਹੁਣ ਗੱਲ ਸੰਭਾਲਣੀ ਔਖੀ ਹੈ, ਹੁਣ ਬਾਹਰੋਂ ਬੰਦੇ ਆ ਗਏ ਹੈ, ਤੇ ਇਸ ਕਰਕੇ ਕਹਿੰਦੇ ਤੁਸੀਂ ਨਾ 2-4 ਮਹੀਨੇ ਲਈ ਕਿਤੇ ਚਲੇ ਜਾਓ ਤੇ ਫਿਰ ਆ ਜਾਣਾ। ਸਾਰੇ ਲੋਕ ਇਹ ਸੋਚੇ ਕਿ ਜਾਵਾਂਗੇ ਤੇ ਆ ਜਾਣਗੇ। ਅੱਛਾ, ਤੁਹਾਡੀ ਹਵੇਲੀ ਨੂੰ ਅੱਗ ਲੱਗ ਗਈ ਤੇ ਉਹਦੇ ਬਾਅਦ ਪਿੰਡ ਵਾਲੇ ਨੇ ਹੱਥ ਚੁੱਕਤੇ ਕਿ ਹੁਣ ਤੁਹਾਡੇ ਮੁਮਕਿਨ ਨਹੀਂ ਰਿਹਾ। ਹਾਂ ਦੇਖੋ, ਉਹ ਕਹਿੰਦੇ ਥੋੜੀ ਦੇਰ ਲਈ ਚਲੇ ਜਾਓ। ਸਭ ਲੋਕ ਸੋਚਦੇ ਕਿ ਜਾਵਾਂਗੇ ਤੇ ਵਾਪਸ ਆ ਜਾਵਾਂਗੇ। ਤੇ ਜੀ ਮੇਰੇ ਦਾਦੇ ਨੇ ਮੁਸਲਮਾਨ ਦੀ ਗੋਲ ਪਗੜੀ ਹੁੰਦੀ ਉਹ ਪਾਈ। ਅੱਛਾ। ਮੇਰੇ ਦਾਦੀ ਜੀ ਨੇ ਬੁਰਕਾ ਪਾਇਆ। ਤੇ ਮੇਰਾ 2.5 ਮਹੀਨੇ ਦਾ ਜਿਹੜਾ ਇੱਕ ਚਾਚਾ ਸੀ ਉਹਨੂੰ ਗੋਦੀ ਚੁੱਕਿਆ, ਦੂਜੇ ਨੂੰ ਗਧੇ ਤੇ ਬਿਠਾ ਕੇ ਕਹਿੰਦੇ ਸਵੇਰ ਨਿਕਲਣ ਲੱਗੇ ਪਿੰਡ ਤੋਂ। ਤੇ ਕਹਿੰਦੇ ਸਾਡਾ ਇੱਕ ਜੱਦੀ ਨੌਕਰ ਸੀ, ਜਿਹਦੇ ਤੁਹਾਨੂੰ ਪਤਾ ਪਹਿਲੇ ਹੁੰਦੇ ਫਾਦਰ ਮਦਰ ਵੀ, ਦਾਦੇ ਨੇ ਵੀ ਕੰਮ ਕਰਨਾ। ਕਹਿੰਦੇ 16-17 ਸਾਲ ਦਾ ਮੁੰਡਾ ਸੀ। ਕਹਿੰਦੇ ਉਹ ਆਇਆ, ਕਹਿੰਦਾ ਤੁਸੀਂ ਸਮਾਨ ਨਹੀਂ ਲੈ ਕੇ ਜਾ ਸਕਦੇ, ਆਪ ਜੋ ਚਲੇ ਜਾਓ, ਸਮਾਨ ਨਹੀਂ ਕੋਈ ਲੈ ਕੇ ਜਾ ਸਕਦੇ। ਤੇ ਮੇਰੀ ਦਾਦੀ ਕਹਿੰਦੀ ਕਿ ਮੈਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਵਾਪਸ ਕਦੇ ਨਹੀਂ ਆ। ਤੇ ਮੈਂ ਫਿਰ ਇੱਕ ਵਾਰੀ ਦਾਦੀ ਨੂੰ ਯਾਰ ਪੁੱਛਿਆ, ਮੈਂ ਕਿਹਾ ਦਾਦੀ ਜੀ ਬੁਲਾਉਂਦਾ ਸੀ ਉਹਨਾਂ ਨੂੰ, ਫੋਰ ਪਿਆਰ ਇਤਨਾ ਭਰਾ। ਮੈਂ ਕਿਹਾ ਦਾਦੀ ਜੀ ਦੱਸੋ ਕਿ ਤੁਹਾਨੂੰ ਕਦੀ ਉਸ ਬੰਦੇ ਦੀ ਨਫ਼ਰਤ ਨਹੀਂ ਆਉਂਦੀ ਜਿਹਨੇ ਤੁਹਾਨੂੰ ਕੋਈ ਸਮਾਨ ਨਹੀਂ ਲੈ ਕੇ ਆਉਂਦਾ? ਤੇ ਕਹਿੰਦੇ ਨਹੀਂ ਬੇਟਾ, ਉਹਨੇ ਘੱਟ ਤੋਂ ਘੱਟ ਸਾਡੀ ਜਾਨ ਤੇ ਬਖਸ਼ ਦਿੱਤੀ। ਕਹਿੰਦੀ ਲੱਖਾਂ ਇਹੋ ਜਿਹੇ ਲੋਕ ਸੀ ਜਿਨ੍ਹਾਂ ਦੀ ਜਾਨ ਨਹੀਂ ਬਖਸ਼ੀ ਗਈ। ਤੇ ਮਤਲਬ ਇਹੋ ਜਿਹੀ ਵੀ ਹਾਲਾਤ ਵਿੱਚ ਹੀ ਵਾਸ ਥੈਂਕਫੁਲ ਕਿ ਉਹ ਬੰਦੇ ਨੇ ਸਾਡੀ ਜਾਨ ਬਖਸ਼ੀ। ਬੜੀ ਨੇਕ ਰੂਹ ਸਨ ਤੁਹਾਡੀ ਦਾਦੀ ਜੀ ਦੀ, ਕੀ ਬਾਤ ਹੈ ਉਹਨਾਂ ਦੀ। ਮਤਲਬ ਇਹ ਸੁਣ ਕੇ ਪੜ੍ਹਿਆ ਵੀ ਹੈ ਮੈਂ, ਸੁਣ ਕੇ ਵੀ, ਤੇ ਉਹਨਾਂ ਦੀ ਮੈਨੂੰ ਗ੍ਰੇਟਨੈਸ ਦਾ ਇਤਰਾਫ ਹੋ ਰਿਹਾ। ਅੱਛਾ, ਉਹਦੇ ਬਾਅਦ ਫਿਰ ਤੁਸੀਂ ਗੁਜਰਾਂਵਾਲਾ ਸ਼ਹਿਰ ਆ ਗਏ? ਹਾਂਜੀ, ਫਿਰ ਉੱਥੇ ਕਾਫਲੇ 'ਚ ਜਾ ਰਹੇ ਸੀ ਤੁਸੀਂ, ਉਹ ਬ੍ਰਿਟਿਸ਼ ਆਰਮੀ ਦੇ ਨਾਲ? ਹਾਂਜੀ। ਤੇ ਮੈਂ ਜਦੋਂ ਜੀ ਰੈਫਿਊਜੀ ਕੈਂਪ ਲੱਗਾ ਸੀ ਗੁਜਰਾਂਵਾਲਾ, ਪੈਦਲ ਆਏ ਪਹੁੰਚੇ ਹੈ, ਤੇ ਉੱਥੇ ਮੇਰੇ ਦਾਦਾ ਨੇ ਜਾ ਕੇ ਆਪਣੀ ਕੈਪਟਨ ਅਜੀਤ ਸਿੰਘ ਬਤਾਲੀਆ ਲਿਖਿਆ। ਉਹਦੇ ਬ੍ਰਿਟਿਸ਼ ਆਫਸਰ ਰੈਫਿਊਜੀ ਕੈਂਪ ਦਾ ਇੰਚਾਰਜ ਸੀ, ਉਹਨੇ ਦੇਖਿਆ ਕਿ ਕੈਪਟਨ ਦਾ ਮਤਲਬ ਬ੍ਰਿਟਿਸ਼ ਆਰਮੀ ਦਾ ਆਫਸਰ ਹੋਣਾ, ਰਿਟਾਇਰ। ਤੇ ਉਹਨੇ ਮੇਰੇ ਦਾਦਾ ਜੀ ਨੂੰ ਪੁੱਛਿਆ, ਕਹਿੰਦਾ ਤੁਹਾਨੂੰ ਮੈਂ ਪਾਰ ਉਤਾਰ ਦਵਾਂਗਾ। ਤੇ ਦਾਦਾ ਦਾਦੀ ਕਹਿੰਦੇ ਨਹੀਂ, ਅਸੀਂ ਤੇ ਪਾਰ ਨਹੀਂ ਜਾਣਾ। ਉਹਨਾਂ ਨੂੰ ਸੀ ਕਿ ਵਾਪਸ ਸ਼ਾਇਦ ਪਿੰਡ ਚਲੇ ਜਾਵਾਂਗੇ। ਕਹਿੰਦੇ ਮੇਰਾ ਇੱਕ ਦੋਸਤ ਰਹਿੰਦਾ ਇੱਥੇ ਲਾਹੌਰ, ਸਾਨੂੰ ਉਹਦੇ ਕੋਲ ਆ ਕੇ ਘਰ ਛੱਡ ਜਾਓ। ਤੇ ਕਹਿੰਦਾ ਠੀਕ ਹੈ। ਸੋ ਕਹਿੰਦੇ ਹੁਣ ਮੈਂ ਗੱਲ ਕਰ ਰਿਹਾ ਜੀ, ਇਹ ਕੋਈ ਲੇਟ ਸੈਪਟੈਂਬਰ ਅਰਲੀ ਅਕਤੂਬਰ ਦੀ ਗੱਲ ਹੋ ਰਹੀ ਹੈ। ਤੇ ਉਹ ਆ ਕੇ ਚੱਲਿਆ ਉੱਥੋਂ, ਤੇ ਜਿਵੇਂ ਕਹਿੰਦੇ ਗੁਜਰਾਂਵਾਲਾ ਤੋਂ ਬਾਹਰ ਨਿਕਲਿਆ ਸ਼ਹਿਰ ਤੋਂ, ਤੇ ਹਾਂਜੀ ਇੱਕ ਕਾਫਲੇ ਨੇ ਰੋਕ ਲਿਆ। ਕਹਿੰਦੀ ਸਿੱਖ ਫੈਮਿਲੀ ਸਾਡੇ ਹਵਾਲੇ ਕਰੋ। ਮੇਰੇ ਦਾਦਾ ਜੀ ਨੇ ਉਹ ਜੋ 2 ਕੁ ਬੰਦੇ ਪਛਾਣ ਲਏ
ਪਿੰਡ ਦੇ ਵਿੱਚ ਦਾਦੀ ਕਹਿੰਦੀ ਹੈ, ਉਹਨਾਂ ਨੇ ਉਹਨੂੰ ਆਵਾਜ਼ ਦਿੱਤੀ, ਉਹ ਕਹਿੰਦੇ ਸਰਦਾਰ ਸਾਹਿਬ ਤੁਸੀਂ ਕਿਵੇਂ ਇੱਥੇ? ਕਹਿੰਦੇ ਤੁਸੀਂ ਸਾਡੇ ਨਾਲ ਆਓ, ਅਸੀਂ ਤੁਹਾਨੂੰ ਛੱਡ ਕੇ ਆਵਾਂਗੇ ਲਾਹੌਰ। ਦੇਖੋ ਜਿਹੜੇ ਬੰਦੇ ਤੁਹਾਨੂੰ ਮਾਰਨ ਆਏ, ਠੀਕ ਹੈ ਨਾ ਜੀ, ਕਿਉਂ ਤੁਸੀਂ ਜਾਣਦੇ ਹੋ ਪਿਆਰ ਮੁਹੱਬਤ ਹੈ ਤੇ ਇਨਸਾਨੀਅਤ ਦੇਖਦੇ ਆ, ਉਹਨਾਂ ਨੂੰ ਫਿਰ ਲਾਹੌਰ ਲੈ ਕੇ ਆਇਆ ਜੀ ਇੱਥੇ। ਤੇ ਇੱਥੇ ਮੇਰੇ ਦਾਦਾ ਜੀ ਦੋਸਤ ਹੁੰਦਾ ਸੀ, ਮੈਨੂੰ ਦਾਦੀ ਨੇ ਇੰਨੀ ਗੱਲ ਕਹੀ ਹੈ ਨਾ, ਮੇਰੀ ਦਾਦੀ ਨੇ ਦੱਸਿਆ ਹੋਣਾ, ਮੈਨੂੰ ਨਹੀਂ ਯਾਦ। ਅੱਛਾ ਅੱਛਾ, ਦੇਖੋ ਮੇਰੀ ਦਾਦੀ ਨੂੰ ਪੂਰੇ 35 ਸਾਲ ਹੋ ਗਏ, ਹੁਣ ਦੱਸਿਆ ਤੁਸੀਂ ਵੀ ਬੱਚੇ ਹੋਵੋਗੇ, ਮੈਂ ਆਪ ਨਿਆਣਾ ਸੀ ਉਦੋਂ, ਬਿਲਕੁਲ ਜੀ। ਦੇਖੋ ਨਾ, ਸੋ ਇਹ ਹੈ ਕਿ ਮੈਨੂੰ ਜੋ ਉਹਨਾਂ ਨੇ ਗੱਲ ਦੱਸੀ ਸੀ ਕਿ ਉਹ ਜਾਂ ਆਰਮੀ ਜਾਂ ਪੁਲਿਸ ਦੇ ਮਹਿਕਮੇ ਟਾਈਪ ਕੁਝ ਸੀ, ਇਹ ਮੈਨੂੰ ਯਾਦ ਹੈ। ਦੂਜੀ ਗੱਲ ਉਹਨਾਂ ਨੇ ਮੈਨੂੰ ਇਹ ਯਾਦ ਜ਼ਰੂਰ ਸੀ ਕਿ ਉਹਨਾਂ ਦੀ ਜਿਹੜੀ ਵਾਈਫ ਸੀ ਉਹਦਾ ਨਾਂ ਸੀ ਅਮੀਨਾ ਬੀਬੀ। ਹੁਣ ਤੇ 25% ਮੁਸਲਮਾਨਾਂ ਦੀ ਮਾਂ ਦਾ ਨਾਮ ਅਮੀਨਾ ਬੀਬੀ, ਇਟਸ ਵੈਰੀ ਕਾਮਨ ਨੇਮ ਹੈ ਅਮੀਨਾ ਬੀਬੀ। ਸੋ ਉਹਨਾਂ ਕੋਲ ਆ ਕੇ ਰਹੇ ਇੱਥੇ ਜੀ, ਤੇ ਕੋਈ ਲੁੱਕ ਕੇ 2 ਮਹੀਨੇ ਰਹੇ ਉਹਨਾਂ ਦੇ ਘਰ। ਤੇ ਪਲਾਨ ਤੇ ਇਹੀ ਸੀ ਕਿ 2 ਮਹੀਨੇ ਰਹਿਣਗੇ, ਉਸ ਤੋਂ ਬਾਅਦ ਇਹ ਵਾਪਸ ਚਲੇ ਜਾਣਗੇ ਪਿੰਡ ਆਪਣੇ। ਇਹ ਸੋਚਿਆ ਨਹੀਂ ਸੀ ਕਿ ਅਸੀਂ ਚੜ੍ਹਦੇ ਪੰਜਾਬ ਜਾਣਾ ਪੈਣਾ ਫੋਰਐਵਰ। ਤੇ ਉਹਨਾਂ ਕੋਲ ਜੀ ਕੱਪੜੇ ਸਵਾ ਕੇ ਦਿੱਤੇ, ਕਹਿੰਦੇ ਕਿਉਂਕਿ ਕਈ ਸਿੱਖ ਤੁਹਾਨੂੰ ਪਤਾ ਹੈ ਕਿ ਉਹ ਹਲਾਲ ਨਹੀਂ ਖਾਂਦੇ, ਤੇ ਫਿਰ ਜਦੋਂ ਮੁਰਗਾ ਲੈ ਕੇ ਆਣਾ ਤੇ 2 ਲੈ ਕੇ ਆਣੇ, ਇੱਕ ਉਹਨਾਂ ਨੇ ਆਪ ਹਲਾਲ ਕਰਨਾ, ਮੇਰੇ ਦਾਦਾ ਜੀ ਝਟਕਾ ਕਰਨਾ, ਤੇ ਅਮੀਨਾ ਬੀਬੀ ਨੇ 2 ਭਾਂਡਿਆਂ ਵਿੱਚ ਅਲੱਗ-ਅਲੱਗ ਬਣਾ ਕੇ ਉਹਨੂੰ। ਅੱਛਾ, ਤੇ ਫਿਰ ਉਹ ਇਮਾਮ ਮਸਜਿਦ ਨੇ ਪੁੱਛ ਲਿਆ ਤੇ ਹੋਇਆ ਕੀ ਕਿ ਕਿਸੇ ਨੂੰ ਸ਼ੱਕ ਪੈ ਗਿਆ ਕਿ ਇਹਨਾਂ ਦੇ ਘਰ ਕੋਈ ਫੈਮਿਲੀ ਆਈ ਹੈ, ਤੇ ਕਿਸੇ ਨੇ ਜਾ ਕੇ ਜਿਹੜਾ ਲੋਕਲ ਇਮਾਮ ਉਹਨੂੰ ਸਹਿ ਦੇ ਦਿੱਤੀ ਕਿ ਵੀ ਸੂਹ ਦਿੱਤੀ ਕਿ ਵੀ ਲੱਗਦਾ ਕੋਈ ਆਇਆ ਇਹਨਾਂ ਦੇ ਘਰ। ਤੇ ਮੇਰੀ ਦਾਦੀ ਜੀ ਕਹਿੰਦੇ ਇੱਕ ਦਿਨ ਜਦੋਂ ਮੇਰਾ ਦਾਦਾ ਜੀ ਦਾ ਦੋਸਤ ਗਿਆ ਮਸਜਿਦ ਜੁਮੇ ਵਾਲੇ ਦਿਨ, ਤੇ ਵਾਪਸ ਆਂਦੇ ਇਮਾਮ ਕਹਿੰਦਾ ਮੈਂ 2 ਮਿੰਟ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਕਹਿੰਦੇ ਠੀਕ ਹੈ। ਕਹਿੰਦੇ ਕੀ ਗੱਲ ਹੈ? ਕਹਿੰਦੇ ਜੀ ਇੰਝ ਹੈ ਕਿ ਮੈਨੂੰ ਪਤਾ ਲੱਗਾ ਤੁਹਾਡੇ ਘਰ ਪ੍ਰਾਹੁਣੇ ਆਏ। ਤੇ ਉਹ ਕਹਿੰਦੇ ਹਾਂ ਆਏ ਮੇਰੇ ਘਰ, ਉਹ ਮੇਰੇ ਆਪਣੇ ਸਕਾ ਭਰਾ ਹੈ ਤੇ ਉਹਦੀ ਫੈਮਿਲੀ ਹੈ। ਤੇ ਕਹਿੰਦਾ ਕੁਰਾਨ ਸ਼ਰੀਫ ਤੇ ਹੱਥ ਰੱਖ ਕੇ ਸਹੁੰ ਚੁੱਕ ਕਿ ਇਹ ਤੇਰੀ ਸਕਾ ਭਰਾ ਤੇ ਉਹਦੀ ਫੈਮਿਲੀ ਹੈ। ਉਹਨਾਂ ਨੇ ਸਹੁੰ ਚੁੱਕ ਲਈ। ਹੁਣ ਦੇਖੋ ਜੀ, ਇੰਨੇ ਸਾਲ ਬਾਅਦ ਮੈਂ ਕੌਣ ਹੁੰਦਾ ਇਹ ਕਹਿਣ ਵਾਲਾ ਕਿ ਉਹਨਾਂ ਨੇ ਸੱਚੀ ਸਹੁੰ ਚੁੱਕੀ ਜਾਂ ਝੂਠੀ? ਅਗਰ ਹੋ ਸਕਦਾ ਮਨ ਕੇ ਸੋਚਦੇ ਹੋ ਉਹਨਾਂ ਨੇ ਸੱਚੀ ਸਹੁੰ ਚੁੱਕੀ ਜਾਂ ਝੂਠੀ, ਉਹਨਾਂ ਨੇ ਸੁੱਚੀ ਜ਼ਰੂਰ ਚੁੱਕੀ। ਬਿਲਕੁਲ, ਪਰ ਜੀ ਉਹਦੇ ਮੋਰਲ ਜਜਮੈਂਟ ਨਹੀਂ ਦੇਣਾ। ਹੋ ਸਕਦਾ ਸੋਚਦੇ ਹੋਣ ਕਿ ਵੀ ਇਹ ਮੇਰੇ ਭਰਾ ਵਰਗਾ ਹੈ। ਤੇ ਜੀ ਫਿਰ ਉਹਨਾਂ ਨੂੰ ਇਨ ਮੀਨ ਟਾਈਮ ਵੀਰ ਜੀ ਕੀ ਹੋਇਆ ਕਿ ਕਿਉਂਕਿ ਮੇਰੇ ਫਾਦਰ ਉੱਥੇ ਸੀ, ਹੁਣ ਮੈਂ ਗੱਲ ਕਰ ਰਿਹਾ ਦਸੰਬਰ ਆ ਗਏ, ਸਰਦੀਆਂ ਆ ਗਈਆਂ, ਹਾਂ ਹੁਣ ਦਸੰਬਰ ਆ ਗਏ। ਤੇ ਮੇਰੇ ਜਿਹੜੇ ਫਾਦਰ ਹੈ ਤੇ ਮੇਰੇ ਜਿਹੜੇ ਫਾਦਰ ਦੇ ਨਾਨਾ ਜੀ ਜਿਹਨਾਂ ਕੋਲ ਗਿਆ ਸੀ, ਉਹਨਾਂ ਨੇ ਕਿਹਾ ਤੇ ਸਾਰੇ ਮਰ ਗਏ। ਉਹ ਜਿੰਨੇ ਵੀ ਲਾਸਟ ਰਾਈਟਸ ਹੁੰਦੇ ਨਾ ਆਦਮੀ ਦੇ, ਸਾਰੇ ਕਿਰਿਆਕਰਮ ਸਾਰੇ ਕਰ ਦਿੱਤੇ ਉਹਨਾਂ। ਇਹ ਤੇ 4 ਮਰ ਗਏ ਤੇ ਹੁਣ ਤੇ ਵਾਪਸ ਨਹੀਂ ਆਣਾ ਇਹਨਾਂ। ਤੇ ਜੀ ਫਿਰ ਅਰਾਊਂਡ ਐਂਡ ਆਫ ਦਸੰਬਰ ਤੇ ਸਰਦੀਆਂ ਆ ਗਈਆਂ, ਫਿਰ ਜਾ ਕੇ ਉਹ ਆਪ ਛੱਡ ਕੇ ਆਏ ਸਾਰੀ ਫੈਮਿਲੀ ਨੂੰ ਬਾਰਡਰ ਤੇ। ਤੇ ਜਦੋਂ ਬਾਰਡਰ ਤੇ ਪਾਰ ਗਏ, ਮੇਰੀ ਦਾਦੀ ਕਹਿੰਦੀ ਕਿ ਰੈਫਿਊਜੀ ਕੈਂਪ ਸੀ, ਉੱਥੇ ਗਏ ਤੇ ਮੇਰੀ ਦਾਦੀ ਨੇ ਕਾਲ ਕੀਤੀ ਸ਼ਿਮਲਾ ਆਪਣੇ ਫਾਦਰ ਨੂੰ, ਤੇ ਕਹਿੰਦੇ ਬਾਈ ਚਾਂਸ ਮੇਰੇ ਫਾਦਰ ਨੇ ਫੋਨ ਚੁੱਕਿਆ। ਤੇ ਮੇਰੇ ਫਾਦਰ ਦਾ ਨਾਂ ਸੀ ਕਰਮ ਜੀ, ਤੇ ਮੇਰੀ ਦਾਦੀ ਉਹਨਾਂ ਨੂੰ ਪਿਆਰ ਨਾਲ ਕਰਮ ਬੁਲਾਉਂਦੀ ਸੀ। ਤੇ ਹੁਣ ਮੈਂ ਦੱਸਿਆ ਮੇਰੇ ਫਾਦਰ 12-13 ਦੇ ਸੀ। ਤੇ ਆਪਣਾ ਕਹਿੰਦੇ ਮੈਂ ਕਾਲ ਕੀਤਾ, ਟਰੰਕ ਕਾਲ ਕਰਾਣੀ। ਅੱਜ ਕੱਲ੍ਹ ਦੇ ਬੱਚੇ ਨੂੰ ਟਰੰਕ ਕਾਲ ਪਤਾ ਹੀ ਨਹੀਂ ਨਾ ਜੀ। ਹਾਂਜੀ, ਅੱਜ ਕੱਲ੍ਹ ਚੈਟ ਹੀ ਹੋਰ ਬੜੇ ਤਰੀਕੇ ਹੈ। ਟਰੰਕ ਕਾਲ ਮਿਲ ਗਈ ਮੁਸ਼ਕਲ ਨਾਲ, ਹੈਲੋ ਕਰਕੇ। ਤੇ ਮੇਰੀ ਦਾਦੀ ਕਹਿੰਦੇ ਮੈਂ ਕਰਮ ਦੀ ਆਵਾਜ਼ ਪਛਾਣ ਲਈ। ਕੋਈ ਮਾਂ ਆਪਣੇ ਬੱਚੇ ਦੀ ਆਵਾਜ਼ ਨਹੀਂ ਭੁੱਲਦੀ। ਤੇ ਮੇਰੇ ਫਾਦਰ ਕਹਿੰਦੇ ਕੌਣ ਬੋਲ ਰਹੇ? ਕਹਿੰਦੇ ਮੈਂ ਤੇਰੀ ਮਾਂ ਬੋਲ ਰਹੀ। ਤੇ ਮੇਰੇ ਫਾਦਰ ਵੀ ਹੋਸ਼ ਹੈ। ਉਹਨਾਂ ਨੂੰ ਸੀ ਇਹ ਤੇ ਪੂਰੀ ਹੋ ਗਈ, ਇਹ ਕਿੱਥੇ ਆਏ? ਸੋ ਜੀ ਇਹ ਜਿਹੜਾ ਬੰਦਾ ਲਾਹੌਰ ਵਿੱਚ ਸੀ, ਇੱਕ ਤਰ੍ਹਾਂ ਫਰਿਸ਼ਤਾ ਸੀ। ਉਹਨੇ ਇਹਨਾਂ ਨੂੰ ਦੇਖੋ, ਉਹਨਾਂ ਨੇ ਦੂਜੀ ਲਾਈਫ ਦਿੱਤੀ ਹੈ, ਸੈਕੰਡ ਲਾਈਫ, ਨਿਊ ਲਾਈਫ ਦਿੱਤੀ ਹੈ। ਇਲਾਕਾ ਯਾਦ ਹੈ ਜਿਹੜਾ ਤੁਹਾਡੀ ਦਾਦੀ ਨੇ ਦੱਸਿਆ ਸੀ ਜਿੱਥੇ ਰਹੇ ਸਨ, ਕ੍ਰਿਸ਼ਨਾ ਨਗਰ ਸੀ? ਨਹੀਂ ਜੀ, ਇਹ ਮੈਨੂੰ ਬਿਲਕੁਲ ਯਾਦ ਨਹੀਂ। ਲੇਕਿਨ ਮੈਂ ਜਦੋਂ ਕਿਤਾਬ ਛਾਪੀ ਹੈ, ਤੇ ਜੀ ਜਦੋਂ ਕਿਤਾਬ ਦੀ ਮੁੱਖ ਵਿਖਾਈ ਸੀ, ਉੱਥੇ ਤੁਸੀਂ ਵੀਡੀਓ ਆਏ ਹੋਏ ਸੀ ਉੱਥੇ, ਤੇ ਉੱਥੇ ਪ੍ਰੋਫੈਸਰ ਕਲਿਆਣ ਸਿੰਘ ਆਏ ਹੋਏ ਸੀ। ਪ੍ਰੋਫੈਸਰ ਕਲਿਆਣ ਸਿੰਘ ਜਿਹੜੇ ਤੇ ਗਵਰਨਮੈਂਟ ਕਾਲਜ ਲਾਹੌਰ ਹੁੰਦੇ ਆ, ਇਹਦੀ ਪਹਿਲੀ ਪੋਸਟਿੰਗ ਹੈਗੀ ਸੀ ਆਪਣਾ ਇੱਥੇ ਗੁਜਰਾਂਵਾਲਾ। ਤੇ ਜਦੋਂ ਉਹ ਗਏ, ਉਹਨਾਂ ਨੇ ਕਈ ਸਿੱਖ ਫੈਮਿਲੀ ਦੀ ਰਿਸਰਚ ਕੀਤੀ। ਉਹਨੇ ਕਿਤਾਬ ਛਪ ਗਈ ਹੈ, ਲੋਕਾਂ ਨੇ ਪੜ੍ਹ ਲਈ ਹੈ। ਤੇ ਕਿਤਾਬ ਦੀ ਮੁੱਖ ਵਿਖਾਈ ਦੇ ਦੱਸਦੇ ਆ, ਕਹਿੰਦੇ ਮੈਂ ਉੱਥੋਂ ਪਤਾ ਕੀਤਾ ਸੀ 2-3 ਇੰਡੀਪੈਂਡੈਂਟ ਸੋਰਸਿਸ ਤੋਂ ਕਿ ਤੁਹਾਡੇ ਜਿਹੜੇ ਦਾਦਾ ਜੀ ਨੂੰ ਅਹਿਮਦ ਬਸ਼ੀਰ ਵਿਰਕ ਨੇ ਆਪਣੇ ਘਰ ਰੱਖਿਆ ਸੀ। ਮੈਂ ਸਟੇਜ ਤੇ ਬੈਠਾ ਦੇਖੀ ਜਾਂਦਾ, ਮੇਰਾ ਤਾਂ ਮੂੰਹ ਉਤਰ ਗਿਆ। ਮੈਨੂੰ ਪਤਾ ਲੱਗਾ ਕਿ ਕਿਹੜੇ ਬੰਦੇ ਨੇ ਉਹਨੂੰ ਘਰ ਰੱਖਿਆ ਆਪਣੇ,
ਨਾ ਪਤਾ ਲੱਗ ਗਿਆ। ਤੇ ਫਿਰ ਉਹਨਾਂ ਨੇ ਜਾਣਾ ਸੀ ਕਿਤੇ ਮੀਟਿੰਗ ਤੇ ਜਲਦੀ, ਤੇ ਮੈਂ ਫਿਰ ਉਹਨਾਂ ਨੂੰ ਇਸ਼ਾਰਾ ਕੀਤਾ ਕਿ ਮੇਰੇ ਇੱਧਰ ਆਓ। ਤੇ ਮੈਂ ਕਿਹਾ ਜੀ ਬੰਦਾ ਕੌਣ ਹੈ? ਨਾਂ ਤੇ ਠੀਕ ਹੈ ਮੈਨੂੰ ਪਤਾ ਹੈ, ਪਰ ਕੌਣ ਹੈ? ਕਹਿੰਦੇ ਜੀ ਕਿ ਮਹਿਬੂਬ ਬਸ਼ੀਰ ਵਿਰਕ ਹੈ ਜੀ, ਉਹਨਾਂ ਦੇ ਫਾਦਰ ਸੀ ਇਹ। ਤੇ ਕਹਿੰਦੇ ਤੁਹਾਡੇ ਆਪਣਾ ਫਾਰਮਰ ਲਾਅ ਐਂਡ ਜਸਟਿਸ ਮਿਨਿਸਟਰ ਰਹੇ ਹੈ, ਤੇ ਇਸ ਟਾਈਮ ਕਰੰਟਲੀ ਮੈਂਬਰ ਆਫ ਨੈਸ਼ਨਲ ਅਸੈਂਬਲੀ ਹੈਗੇ ਹੈ ਜੀ ਆਪਣਾ ਗੁਜਰਾਂਵਾਲਾ ਤੋਂ। ਹਾਂਜੀ, ਤੇ ਦੇਖੋ ਜੀ ਇਸ ਕਰਕੇ ਤੇ ਉੱਥੋਂ ਮੈਨੂੰ ਨਾ ਪਤਾ ਲੱਗਾ। ਫਿਰ ਜਦੋਂ ਮੈਂ ਗੁਜਰਾਂਵਾਲਾ ਗਿਆ, ਮੈਂ ਮਹੀਨਾ ਪਹਿਲੇ ਆਇਆ ਸੀ, ਤੇ ਆਬਵੀਅਸਲੀ ਮੈਂ ਕਿਹਾ ਮਿਲਣ ਦੀ ਕੋਸ਼ਿਸ਼ ਕਰਾਂ ਉਹਨਾਂ ਨੂੰ। ਮੈਂ ਉਹਨਾਂ ਕੋਲ ਟਾਈਮ ਲੈ ਲਿਆ, ਤੇ ਉਹਨਾਂ ਦਫ਼ਤਰ ਕਚਹਿਰੀ ਵਿੱਚ ਹੈਗਾ ਜੀ ਗੁਜਰਾਂਵਾਲਾ। ਮੈਂ ਉੱਥੇ ਮਿਲਣ ਗਿਆ ਉਹਨਾਂ ਨੂੰ, ਕਿਤਾਬ ਮੇਰੀ ਨਾਲ ਸੀ, ਤੇ ਮੈਂ ਉਹਨਾਂ ਨੂੰ ਕਿਤਾਬ ਦੀ ਕਾਪੀ ਦਿੱਤੀ। ਤੇ ਕਹਿੰਦੇ ਬੇਟਾ ਕਿਵੇਂ ਆਏ? ਮੈਂ ਦੱਸਿਆ ਕਿ ਐਸਾ ਹੀ ਮੈਨੂੰ ਪਤਾ ਲੱਗਾ ਕਿ ਵੀ ਤੁਹਾਡੇ ਜਿਹੜੇ ਫਾਦਰ ਹੈ ਉਹਨਾਂ ਨੇ ਮੇਰੇ ਦਾਦਾ ਦਾਦੀ ਸਾਰਿਆਂ ਨੂੰ ਪਨਾਹ ਦਿੱਤੀ, ਨਵੀਂ ਲਾਈਫ ਦਿੱਤੀ। ਤੇ ਬਹੁਤ ਹੰਬਲ ਆਦਮੀ, ਬਹੁਤ ਜ਼ਿਆਦਾ। ਤੇ ਜੀ ਮੈਂ ਬੈਠੇ ਸੀ, ਤੇ ਦੋ ਨਾ ਕੋਈ ਬੰਦੇ ਕੰਮ ਕਰਾਉਣ ਆਏ, ਉਹਨਾਂ ਦਾ ਅਸਿਸਟੈਂਟ ਸੀ, ਉਹਨਾਂ ਨੂੰ ਕਹਿੰਦਾ ਬਾਹਰ ਚਲੋ। ਸਭ ਕੁਝ ਰੁਕ ਗਿਆ। ਕਹਿੰਦੇ ਆਓ ਬੈਠੋ, ਕਾਗਜ਼ ਕੀਤੇ, ਜਾਓ। ਅੱਛਾ ਦਰਸ਼ਕੋ, ਇਹਨਾਂ ਨੇ ਇੱਕ ਬੜਾ ਦਿਲਚਸਪ ਵਾਕਿਆ ਲਿਖਿਆ ਹੈ ਡਾਕਟਰ ਸਾਹਿਬ ਦੇ ਕਿ ਇਹ ਜਦੋਂ ਓਹਾਇਓ 'ਚ ਸਨ ਤੇ ਉੱਥੇ ਚੂੰਕਿ ਇਹ ਤੇ ਬਹੁਤ ਹੀ ਇੱਕ ਜ਼ਬਰਦਸਤ ਸੋਲ ਨੇ ਕਿ ਆਪਣੀ ਮਿੱਟੀ, ਆਪਣੀ ਜ਼ੁਬਾਨ ਉਹਦੇ ਨਾਲ ਜੁੜਨ ਦੀ ਇਹਨਾਂ ਦੀ ਕਮਾਲ ਵੀ ਸੀ। ਤੇ ਉੱਥੇ ਇਬਰਾਰੁਲ ਹੱਕ ਦਾ ਜਿਹੜਾ ਗਾਣਾ ਸੀ, ਕਿੰਨੇ ਜਾਣਾ ਬਿਲੋ ਦੇ ਘਰ, ਉਹ ਜਦੋਂ ਇਹਨਾਂ ਨੇ ਸੁਣਿਆ ਤੇ ਇਹਨਾਂ ਨੂੰ ਪਾਕਿਸਤਾਨ ਦੀ ਯਾਦ ਤੜਪ ਕੇ ਆ ਗਈ। ਕਿਉਂ ਜੀ, ਕੀ ਕਹਿੰਦੇ ਹੋ ਤੁਸੀਂ ਉਸ ਬਾਰੇ? ਜੀ ਪਹਿਲੇ ਮੈਂ ਜੀ ਹੈ ਕਿ ਮੈਂ ਜਿਹੜੀ ਮਹਿਬੂਬ ਬਸ਼ੀਰ ਵਿਰਕ ਦੀ ਕਹਾਣੀ ਪੂਰੀ ਕਰ ਲਵਾਂ, ਫਿਰ ਮੈਂ ਉੱਤੇ ਆਂਦਾ ਜੀ। ਮੈਂ ਕਿਤਾਬ ਦਿੱਤੀ ਉਹਨਾਂ ਨੂੰ, ਤੇ ਮੈਨੂੰ ਕਹਿੰਦੇ ਬੇਟਾ ਇਹ ਜ਼ਰੂਰੀ ਤੇ ਨਹੀਂ ਕਿ ਮੇਰੇ ਅੱਬਾ ਹੋਣਗੇ, ਕਹਿੰਦੇ ਕੋਈ ਵੀ ਹੋ ਸਕਦਾ। ਮੈਂ ਕਿਹਾ ਤੁਹਾਡੀ ਗੱਲ ਠੀਕ ਹੈ। ਮੈਂ ਕਿਹਾ ਇਹ ਦੱਸੋ ਮੈਨੂੰ ਕਿ ਆਪ ਜੀ ਦੇ ਅੱਬਾ ਜਿਹੜੇ ਹੈਗੇ ਸੀ ਉਹ ਕਿੱਥੇ ਸੀ ਪਾਰਟੀਸ਼ਨ ਦੇ ਟਾਈਮ? ਤੇ ਕਹਿੰਦੇ ਉਹ ਤੇ ਆਪਣਾ ਲਾਹੌਰ ਸੀ। ਮੈਂ ਕਿਹਾ ਠੀਕ ਹੈ ਜੀ। ਕਹਿੰਦੇ ਲੇਕਿਨ ਮੈਂ ਆਪਣੇ ਦਾਦੇ ਦੇ ਨਾਲ ਪਿੰਡ ਹੁੰਦਾ ਸੀ, ਤੇ ਕਹਿੰਦੇ ਅਸੀਂ ਉੱਥੇ ਟਰੱਕਾਂ ਵਿੱਚ ਰਾਤ ਨੂੰ ਸਿੱਖ ਤੇ ਹਿੰਦੂ ਫੈਮਲੀਆਂ ਲੈ ਕੇ ਪਾਰ ਛੱਡ ਕੇ ਆਏ। ਦੋਨੋਂ ਪਾਸੇ ਹੋਇਆ ਜੀ, ਮਾਰ ਕੁਟਾਈ ਵੀ ਹੋਈ ਦੇਖੋ ਨਾ ਜੀ, ਲੇਕਿਨ ਲੋਕਾਂ ਨੇ ਬਚਾਇਆ ਵੀ ਇੱਕ ਦੂਜੇ ਨੂੰ। ਸੋ ਕਹਿੰਦੇ ਮੈਂ ਉੱਥੇ ਆਪ ਹੈ ਨਹੀਂ ਸੀ। ਕਹਿੰਦੇ ਮੇਰੇ ਫਾਦਰ ਨੇ ਕਦੀ ਦੇ ਬਾਰੇ ਗੱਲ ਨਹੀਂ ਕੀਤੀ ਮੇਰੇ ਨਾਲ, ਪਰ ਕਹਿੰਦੇ ਮੈਂ ਵੀ ਉਦੋਂ ਕਹਿੰਦੇ ਮੈਂ 10 ਜਾਂ 12 ਸਾਲ ਦਾ ਸੀ। ਫਿਰ ਮੈਂ ਪੁੱਛਿਆ ਉਹ ਕਿਹੜੇ ਮਹਿਕਮੇ 'ਚ ਸੀ? ਤੇ ਕਹਿੰਦੇ ਸੀ ਕਿ ਵੀ ਉਹ ਟੈਕਸੇਸ਼ਨ ਸੀ। ਤੇ ਮੈਂ ਕਿਹਾ ਜੀ ਕਿ ਮੇਰੀ ਦਾਦੀ ਨੇ ਦੱਸਿਆ ਸੀ ਕਿ ਆਰਮੀ ਜਾਂ ਆਪਣਾ ਪੁਲਿਸ, ਕਹਿੰਦੇ ਗੱਲ ਠੀਕ ਹੈ, ਉਦੋਂ ਟੈਕਸੇਸ਼ਨ ਡਿਪਾਰਟਮੈਂਟ ਨਾ ਪੁਲਿਸ ਨਾਲ ਐਫੀਲੀਏਟਡ ਹੁੰਦਾ ਸੀ ਐਟ ਦੈਟ ਟਾਈਮ। ਤੇ ਕਹਿੰਦੇ ਪਰ ਕੋਈ ਹੋਰ ਹੋ ਸਕਦਾ। ਤੇ ਫਿਰ ਮੈਨੂੰ ਪੁੱਛਦੇ, ਕਹਿੰਦੇ ਕਿ ਵੀ ਉਹਨਾਂ ਨੇ ਸਾਡੇ ਅੱਬਾ ਦਾ ਨਾਂ ਤੁਹਾਨੂੰ ਵੀ ਪਤਾ ਲੱਗਾ? ਮੈਂ ਕਿਹਾ ਮੈਨੂੰ ਤੇ ਕਲਿਆਣ ਸਿੰਘ ਨੇ ਦੱਸਿਆ। ਤੇ ਮੈਂ ਕਿਹਾ ਲੇਕਿਨ ਦਾਦੀ ਨੇ ਮੈਨੂੰ ਦੱਸਿਆ ਹੋਣਾ, ਮੈਨੂੰ ਤਾਂ ਯਾਦ ਨਹੀਂ। ਪਰ ਮੈਂ ਕਿਹਾ ਲੇਕਿਨ ਉਹਨਾਂ ਦੀ ਅੰਮੀ ਦਾ ਨਾਂ ਜਿਹੜਾ ਹੈਗਾ, ਵਾਈਫ ਦਾ ਨਾਂ, ਉਹ ਮੈਨੂੰ ਮੇਰੀ ਦਾਦੀ ਨੇ ਦੱਸਿਆ, ਉਹ ਮੈਨੂੰ ਯਾਦ। ਅਮੀਨਾ। ਹਾਂ। ਤੇ ਕਹਿੰਦੇ ਕੀ ਹੈ? ਤੇ ਮੈਂ ਕਿਹਾ ਜੀ ਅਮੀਨਾ ਬੀਬੀ। ਕਹਿੰਦਾ ਉਹ ਮੇਰੇ ਚੁੱਪ ਹੋ ਗਏ। ਫਿਰ ਮੇਰੇ ਵੱਲ ਪਿਆਰ ਨਾਲ ਦੇਖਦੇ ਤੇ ਹੱਸ ਪਏ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਨਹੀਂ ਕਿ ਮੇਰੀ ਅੰਮੀ, ਮੇਰੀ ਨਾ ਅੰਮੀ ਨਹੀਂ, ਆਪਣੀ ਉਹਨਾਂ ਦੀ ਵਾਈਫ, ਹਾਂ ਉਹਨਾਂ ਦੀ ਅੰਮੀ, ਮਹਿਬੂਬ ਸਾਹਿਬ ਦੀ ਮੰਮੀ ਹੋਏ ਨਾ, ਬਿਲਕੁਲ ਜ਼ਮੀਨਾ ਬੀਬੀ। ਤੇ ਫਿਰ ਮੈਂ ਸਿਰ ਉਹਨਾਂ ਦੇ ਪੈਰਾਂ 'ਚ ਰੱਖ ਕੇ ਰੋ ਪਿਆ। ਤੇ ਮੈਂ ਉਹਨਾਂ ਨੂੰ ਇਹ ਵਾਅਦਾ ਕੀਤਾ ਅਗਲੀ ਵਾਰੀ ਜਦੋਂ ਮੈਂ ਪਾਕਿਸਤਾਨ ਆਵਾਂ, ਇਸ ਵਾਰੀ ਤੇ ਨਹੀਂ, ਹੁਣ ਅਗਲੀ ਵਾਰੀ ਜਦੋਂ ਆਵਾਂਗਾ ਟਾਈਮ ਹੋਏਗਾ, ਮੈਂ ਗੁਜਰਾਂਵਾਲਾ ਉਹਨਾਂ ਦੀ ਕਬਰ ਤੇ ਜਾ ਕੇ ਰਿਸਪੈਕਟਸ ਵੇ ਕਰਾਂਗਾ। ਦੁਨੀਆ 'ਚ ਬੜੇ ਫਰਿਸ਼ਤੇ, ਦੁਨੀਆ ਚਲਦੀ ਇਸ ਲਈ ਹੈ ਕਿ ਅੱਛਾਈ ਬੁਰਾਈ ਨਾਲੋਂ ਜ਼ਿਆਦਾ ਹੈ। ਬਿਲਕੁਲ ਸਹੀ। ਜਿਸ ਦਿਨ ਦੁਨੀਆ ਵਿੱਚ ਬੁਰਾਈ ਜ਼ਿਆਦਾ ਹੋ ਜਾਏਗੀ, ਦੁਨੀਆ ਚੱਲਣੀ ਬੰਦ ਹੋ ਜਾਏਗੀ। ਇਹੋ ਜਿਹੇ ਫਰਿਸ਼ਤੇ ਦੇਖੋ ਜੀ, ਮੈਂ ਤਾਂ ਹੀ ਫਰਿਸ਼ਤੇ ਕਹਿੰਦਾ, ਇਹ ਲੋਕਾਂ ਦੀ ਜਾਨ ਬਚਾਈ। ਦੇਖੋ ਇੱਧਰ ਵੀ ਸੀ ਉੱਧਰ ਵੀ ਸੀ, ਦੋਨੋਂ ਪਾਸੇ। ਲੇਕਿਨ ਅਸੀਂ ਮੀਡੀਆ ਵਿੱਚ ਮੋਸਟਲੀ ਹਿਸਟਰੀ ਵਿੱਚ ਵੀ ਨੈਗੇਟਿਵ ਸਟੋਰੀ ਸੁਣਦੇ ਹਾਂ ਕਿ ਮਾਰ ਕੱਟ ਹੋਈ ਜਿਹੜੀ, ਸਿਰਫ ਉਹ ਸੁਣਦੇ ਹਾਂ ਅਸੀਂ, ਲੇਕਿਨ ਪੋਜ਼ਿਟਿਵ ਸਟੋਰੀਜ਼ ਨਹੀਂ ਆਉਂਦੀ। ਉਹ ਅਸੀਂ ਬਾਅਦ ਚ ਪੁੱਛਾਂਗੇ, ਉਹ ਜ਼ਰਾ ਤਫਸੀਲ ਨਾਲ ਤੁਹਾਡਾ ਪੁੱਛਾਂਗੇ। ਤੇ ਉਹ ਬਿੱਲੋ ਦੇ ਘਰ ਤੁਸੀਂ ਸੁਣਿਆ ਤੇ ਤੁਸੀਂ ਕਿਹਾ ਕਿ ਯਾਰ ਮੈਂ ਤੇ ਜ਼ਰੂਰ ਜਾਣਾ ਪਾਕਿਸਤਾਨ। ਤੇ ਫਿਰ ਤੁਸੀਂ ਦਸੰਬਰ 2019 ਚ ਪਾਕਿਸਤਾਨ ਆ ਗਏ। ਮੈਂ ਜੀ ਟੋਰਾਂਟੋ ਘੁੰਮ ਰਿਹਾ ਸੀ ਆਪਣੀ ਵੱਡੀ, ਅਸੀਂ ਨਾਇਗਰਾ ਫਾਲਸ ਤੋਂ ਆ ਰਹੇ ਸੀ, ਮੇਰੀ ਵੱਡੀ ਬੇਟੀ, ਮੇਰੀ ਨੀਸ ਨਦੀਸ਼ਾ ਤੇ ਮੈਂ ਗੱਡੀ ਚਲਾ ਰਿਹਾ ਸੀ। ਟੋਰਾਂਟੋ ਬਣੇ ਆ ਕਿਉਂਕਿ ਮੈਂ ਅਮਰੀਕਾ ਰਹਿੰਦਾ, ਉੱਥੇ ਤੇ ਪੰਜਾਬੀ ਸਟੇਸ਼ਨ ਕੋਈ ਹੈ ਨਹੀਂ ਹੈ। ਮੈਂ ਜਦੋਂ ਟੋਰਾਂਟੋ ਵੜੇ ਤੇ ਅਸੀਂ ਲਾਇਆ ਤੇ ਇੱਕ ਪੰਜਾਬੀ ਸਟੇਜ ਤੇ ਗਾਣਾ ਲੱਗਾ, ਕਿੰਨੇ ਜਾਣਾ ਬਿਲੋ ਦੇ ਘਰ, ਟਿਕਟ ਕਟਾਓ, ਲੈਣ ਬੜਾਓ, ਕਿੰਨੇ ਜਾਣਾ ਬਿਲੋ ਦੇ ਘਰ। ਮੈਂ ਕਦੀ ਸੁਣਿਆ ਹੀ ਨਹੀਂ ਸੀ, ਤੇ ਮਤਲਬ ਇੰਨੀ ਫੈਸੀਨੇਸ਼ਨ ਹੋਈ ਉਹਦੇ ਨਾਲ। ਤੇ ਮੈਂ ਕਿਹਾ ਚਲੋ ਵੀ ਉਦੋਂ ਜੀ ਮੈਨੂੰ ਨਹੀਂ ਆਪਣੀ ਫੈਮਿਲੀ ਹਿਸਟਰੀ ਨਾਲ ਪਤਾ ਨਹੀਂ ਸੀ, ਤੇ ਉਦੋਂ ਫੈਸੀਨੇਸ਼ਨ ਸੀ। ਦੇਖੋ ਲੋਕੀ ਇੱਥੇ ਆਉਂਦੇ ਆ ਪਾਕਿਸਤਾਨ ਐਜ਼ ਅ ਟੂਰਿਸਟ,
ਜਾਂ ਲੋਕੀ ਆਂਦੇ ਤੀਰਥ ਯਾਤਰਾ ਲਈ। ਮੇਰੇ ਲਈ ਵੀਰ ਜੀ ਉਹ ਦੋਨਾਂ ਨਹੀਂ ਸੀ। ਇਹ ਜ਼ਮੀਨ ਤੇ ਮੇਰੇ ਘੱਟ ਤੋਂ ਘੱਟ 750 ਸਾਲ ਤੋਂ ਉੱਪਰ ਦਾ ਰਿਸ਼ਤਾ ਹੈ। ਸਾਡੇ ਬਜ਼ੁਰਗ ਸਾਰੇ ਇੱਥੇ ਰਹੇ। ਦੇਖੋ ਜੀ, ਮੇਰੀ 3 ਪੁਸ਼ਤਾਂ ਇੱਥੇ ਪੜੀਆਂ। ਅਗਰ ਬਟਵਾਰਾ ਨਾ ਹੁੰਦਾ ਤਾਂ ਮੈਂ ਕਿੱਥੇ ਪੜਨਾ ਸੀ? ਇੱਥੇ ਹੀ। ਤੇ ਮੇਰੇ ਜੀ 3 ਬੱਚੇ ਹੈ ਤੇ ਸਭ ਤੋਂ ਛੋਟਾ ਮੇਰਾ ਬੇਟਾ ਹੈ। ਇੱਕ ਬੇਟਾ 2 ਬੇਟੀਆਂ, ਤੇ ਉਹ ਅਮਰੀਕਾ ਦੇ ਜੰਮੇ ਪਲੇ ਹੈ। ਤੇ ਮੈਂ ਕਿਹਾ ਉਹਨੂੰ, ਬੇਟਾ ਅਗਰ ਹੁੰਦਾ ਤੇ ਤੂੰ ਵੀ ਉੱਥੇ ਪੜਨਾ ਸੀ। ਕਹਿੰਦਾ ਉਹ ਨੋ ਡੈਡ। ਅੱਛਾ, ਜਦੋਂ ਤੁਸੀਂ ਦਸੰਬਰ 2019 ਚ ਆਏ, ਉਹ ਬਹੁਤ ਜ਼ਬਰਦਸਤ ਵਾਕਿਆਤ ਨੇ, ਬੜੇ ਮਜ਼ੇਦਾਰ ਨੇ। ਲੇਕਿਨ ਤੁਸੀਂ ਮੈਨੂੰ ਇੱਕ ਜ਼ਰਾ ਜ਼ਰੂਰ ਆਪਣੀ ਜ਼ੁਬਾਨੀ ਦੱਸੋ, ਅਸੀਂ ਦੁਬਾਰਾ ਮਜ਼ਾ ਲੈਣ ਜਾਵਾਂਗੇ। ਤੁਸੀਂ ਕਿਤਾਬ 'ਚ ਲਿਖਿਆ ਬੜੀ ਤਫਸੀਲ ਨਾਲ, ਤੁਸੀਂ ਆਪਣੇ ਪੁਰਖਾਂ ਦੀ ਤਲਾਸ਼ 'ਚ ਰਾਮ ਗਲੀ ਨੰਬਰ 7 'ਚ ਪਹੁੰਚੇ ਤੇ ਉੱਥੇ ਕੁਝ ਟੀਨੇਜਰ ਸਨ, ਉਹ ਨਹੀਂ ਮਿਲ ਰਹੀ ਸੀ। ਤੇ ਉੱਥੇ ਉਹਨਾਂ ਨੇ ਤੁਹਾਨੂੰ ਮੋਟਰਸਾਈਕਲ ਤੇ, ਉਹ 3 ਤੁਸੀਂ ਬਹਿ ਗਏ ਇੱਕ ਮੋਟਰਸਾਈਕਲ ਤੇ ਗਏ। ਉਹ ਕੀ ਵਾਕਿਆ?